गुड मॉर्निंग स्टूडेंट्स। मिशन 100% ਦੇ ਅਧੀਨ ਜੋ ਪ੍ਰੈਕਟਿਸ ਸ਼ੀਟ ਆਪਣੇ ਕੋਲ ਆ ਰਹੀਆਂ ਨੇ, ਅੱਜ ਆਪਾਂ ਉਸ ਦਾ ਇੰਗਲਿਸ਼ ਵਾਲਾ ਪਾਰਟ ਜਿਹੜਾ ਕਰਾਂਗੇ। ਇੰਗਲਿਸ਼ ਦੀ ਐਕਸਰਸਾਈਜ਼ ਕਲਾਸ 5th ਪ੍ਰੈਕਟਿਸ ਸ਼ੀਟ ਨੰਬਰ 1। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਆਏਗਾ ਬੇਟੇ, ਸੈਕਸ਼ਨ A ਦੇ ਵਿੱਚ ਰੀਡ ਦਾ ਪੈਸੇਜ ਐਂਡ ਆਨਸਰ ਦਾ ਫੋਲੋਇੰਗ ਕੁਐਸਚਨਸ। ਪੈਰੇ ਨੂੰ ਆਪਾਂ ਨੇ ਪੜ੍ਹਨਾ ਹੈ ਤੇ ਨੀਚੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। तो लेट्स स्टार्ट। पहला पापा पैरा पढ़ देंगे। At midnight, two little elves came dancing into the room. At midnight, अद्धी रात। At midnight, अद्धी रात। Two little elves, दो छोटे बौने। Came, आए। Dancing into the room, ਅਤੇ ਕਮਰੇ ਵਿੱਚ ਨੱਚਣ ਲੱਗੇ। ਅੱਧੀ ਰਾਤ ਨੂੰ ਕੀ ਕਹਿੰਦੇ ਨੇ? ਅੱਧੀ ਰਾਤ ਦੋ ਛੋਟੇ ਬੌਨੇ ਆਏ ਅਤੇ ਕਮਰੇ ਵਿੱਚ ਨੱਚਣ ਲੱਗੇ। both were wearing old and torn cloth। both were ਮਤਲਬ ਦੋਵਾਂ ਨੇ wearing ਮਤਲਬ ਪਹਿਨੇ ਹੋਏ ਸਨ। old means ਪੁਰਾਣੇ, torn ਫਟੇ ਹੋਏ, clothes ਕੱਪੜੇ। ਦੋਨਾਂ ਬੌਨਿਆਂ ਨੇ ਓਲਡ ਜਾਨੀ ਕਿ ਪੁਰਾਣੇ ਅਤੇ ਫਟੇ ਹੋਏ ਜਿਹੜੇ ਕੱਪੜੇ ਸੀ ਉਹ ਪਹਿਨੇ ਹੋਏ ਸਨ। ਦੋਨਾਂ ਬੌਨਿਆਂ ਨੇ ਫਟੇ ਅਤੇ ਪੁਰਾਣੇ ਕੱਪੜੇ ਪਹਿਨੇ ਹੋਏ ਸਨ। They sat down at the shoemaker table। ਉਹ ਜਿਹੜੇ ਦੋਨੋਂ ਬੌਨੇ ਸੀ ਉਹ ਸ਼ੂਮੇਕਰ ਦੇ ਟੇਬਲ ਉੱਤੇ ਬੈਠ ਕੇ they began to stitch। ਉਹਨਾਂ ਨੇ ਜਿਹੜੀ ਜੁੱਤਿਆਂ ਦੀ ਬਣਾਉਣ ਦੀ ਜਾਂ ਗੰਢਣਾ ਜਿਹੜਾ ਸੀਗਾ ਉਹ ਸ਼ੁਰੂ ਕਰ ਦਿੱਤਾ। ਜੁੱਤਿਆਂ ਨੂੰ ਬਣਾਉਣਾ ਜਾਂ ਗੰਢਣਾ ਜੋ ਮੁਰੰਮਤ ਸੀ ਜਾਂ ਨਵੇਂ ਬਣਾਉਣ ਲਈ ਉਹ ਸ਼ੁਰੂ ਕਰ ਦਿੱਤੀ। ਸਿਉ ਮਤਲਬ ਸਿਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ। ਐਂਡ ਹੈਮਰ ਸੋ ਸਕਿਲਫੁਲੀ। ਹੈਮਰ ਸੋ ਸਕਿਲਫੁਲੀ ਦਾ ਮਤਲਬ ਜਿਹੜਾ ਉਹਨਾਂ ਨੇ ਜੁੱਤੇ ਬਣਾਉਣ ਲਈ ਹੈਮਰ ਹਥੌੜਾ ਜਿਹੜਾ ਵਰਤਿਆ ਸੀਗਾ ਉਹ ਇੰਨੀ ਕਲਾਤਮਕ ਤਰੀਕੇ ਨਾਲ ਵਰਤਿਆ ਸੀ, ਮਤਲਬ ਨਿਪੁੰਨਤਾ ਨਾਲ ਵਰਤਿਆ ਸੀ। that the shoemaker was surprised। ਇਸ ਨੂੰ ਦੇਖ ਕੇ ਜਿਹੜਾ ਸ਼ੂਮੇਕਰ ਸੀ ਉਹ ਜੁੱਤੇ ਬਣਾਉਣ ਵਾਲਾ ਸੀ ਉਹ ਬਹੁਤ ਹੈਰਾਨ ਹੋ ਗਿਆ ਸੀ ਕਿ ਉਹਨਾਂ ਬੌਨਿਆਂ ਨੇ ਜਿਹੜਾ ਉਹ ਜੁੱਤਾ ਬਣਾਇਆ ਹੈ ਉਸ ਦੀ ਇੱਕ ਸਟਿਚ ਯਾਨੀ ਕਿ ਕੋਈ ਵੀ ਤੋਪਾ ਸੀ ਜਿਹੜਾ ਜਾਂ ਇੱਕ ਸਿਲਾਈ ਸੀ ਤੇ ਜਿਹੜਾ ਹਥੌੜੇ ਦਾ ਕੰਮ ਸੀ ਉਹ ਬੜੀ ਨਿਪੁੰਨਤਾ ਨਾਲ ਕੀਤਾ ਹੋਇਆ ਸੀਗਾ ਉਹਨਾਂ ਨੇ। ਇਹ ਸਾਰਾ ਕੁਝ ਦੇਖ ਕੇ ਸ਼ੂਮੇਕਰ ਸਰਪ੍ਰਾਈਜ਼ਡ ਹੋਇਆ, ਹੈਰਾਨ ਹੋ ਗਿਆ। The elves finished the work। ਜਿਹੜਾ ਬੌਨਿਆਂ ਨੇ ਕੰਮ ਪੂਰਾ ਕੀਤਾ। ਫਿਨਿਸ਼ਡ ਹੁੰਦਾ ਕੰਮ ਪੂਰਾ ਕਰਨਾ, ਫਿਨਿਸ਼ਡ ਖਤਮ ਕਰਨਾ ਜਾਂ ਪੂਰਾ ਕਰਨਾ। ਵਰਕ ਮੀਨਸ ਕੰਮ। ਐਂਡ ਰੈਨ ਅਵੇ, ਅਤੇ ਰੈਨ ਅਵੇ ਮਤਲਬ ਉੱਥੋਂ ਦੌੜ ਗਏ ਜਾਂ ਚਲੇ ਗਏ। ਬੌਨਿਆਂ ਨੇ ਆਪਣਾ ਕੰਮ ਪੂਰਾ ਕੀਤਾ ਅਤੇ ਉੱਥੋਂ ਚਲੇ ਗਏ ਜਾਂ ਦੌੜ ਗਏ ਕਹਿ ਸਕਦੇ ਹਾਂ। ਠੀਕ ਹੈ, ਆਪਾਂ ਨੇ ਪੈਰਾ ਪੜ੍ਹਿਆ ਤੇ ਉਸ ਤੋਂ ਬਾਅਦ ਆਪਣੇ ਕੁਝ ਪ੍ਰਸ਼ਨ ਨੇ, ਇਹਨਾਂ ਦੇ ਆਪਾਂ ਆਨਸਰ ਦੇਣੇ ਹਨ। ਪਹਿਲਾ ਪ੍ਰਸ਼ਨ, ਹੂ ਕੇਮ ਡਾਂਸਿੰਗ ਇਨਟੂ ਦਾ ਰੂਮ। ਮਿਡਨਾਈਟ ਕੌਣ ਆਇਆ ਸੀ ਜਿਹੜਾ ਰੂਮ ਦੇ ਵਿੱਚ ਡਾਂਸ ਕਰ ਰਿਹਾ ਸੀ? ਐਲਵਸ ਆਏ ਸੀ, ਚਿਲਡਰਨ ਆਏ ਸੀ, ਮੈਨ ਜਾਂ ਸ਼ੂਮੇਕਰ? ਆਪਾਂ ਨੇ ਪੈਰੇ ਦੇ ਵਿੱਚ ਪੜ੍ਹਿਆ ਕਿ ਐਲਵਸ ਆਏ ਸਨ ਤਾਂ ਆਪਾਂ ਐਲਵਸ ਦੇ ਉੱਪਰ ਟਿਕ ਲਗਾ ਦਾਂਗੇ। ਨੈਕਸਟ ਆਪਣਾ ਸੈਕਿੰਡ ਕੁਐਸਚਨ ਹੈ, ਵਾਟ ਵਰ ਦ ਐਲਵਸ ਵੇਅਰਿੰਗ। ਵੇਅਰਿੰਗ ਮਤਲਬ ਪਹਿਨਿਆ ਹੋਇਆ ਸੀ, ਹੈ ਨਾ। ਤਾਂ ਜਿਹੜਾ ਬੌਨੇ ਸੀ ਉਹਨਾਂ ਨੇ ਕੀ ਪਹਿਨਿਆ ਹੋਇਆ ਸੀਗਾ? ਡਰੈਸਿਸ ਪਹਿਨੀਆਂ ਹੋਈਆਂ ਸੀ, ਕੈਪ ਪਹਿਨੇ ਹੋਏ ਸੀ, ਓਲਡ ਐਂਡ ਟੌਰਨ ਕਲੋਥਸ ਪਹਿਨੇ ਹੋਏ ਸੀ, ਸੌਕਸ ਐਂਡ ਸ਼ੂਜ਼ ਪਹਿਨੇ ਹੋਏ ਸੀ। ਤਾਂ ਆਪਣਾ ਆਨਸਰ ਹੈ ਸੀ, ਓਲਡ ਐਂਡ ਟੌਰਨ ਕਲੋਥਸ, ਯਾਨੀ ਕਿ ਪੁਰਾਣੇ ਅਤੇ ਫਟੇ ਹੋਏ ਕੱਪੜੇ ਜਿਹੜੇ ਸੀ ਉਹਨਾਂ ਨੇ ਪਹਿਨੇ ਹੋਏ ਸਨ। ਅਗਲਾ ਪ੍ਰਸ਼ਨ ਹੈ ਆਪਣਾ, ਵੇਅਰ ਡਿਡ ਦ ਐਲਵਸ ਸਿਟ। ਜਿਹੜੇ ਬੌਨੇ ਸੀ ਉਹ ਸਿਟ ਮੀਨਸ ਬੈਠਣਾ, ਕਿੱਥੇ ਬੈਠੇ ਸੀਗੇ? ਔਨ ਦ ਚੇਅਰ, ਕੁਰਸੀ ਉੱਪਰ ਬੈਠੇ ਸੀ। ਔਨ ਦ ਫਲੋਰ, ਫਰਸ਼ ਉੱਪਰ ਬੈਠੇ ਸੀ। ਐਟ ਦ ਸ਼ੂਮੇਕਰ ਟੇਬਲ, ਸ਼ੂਮੇਕਰ ਦੇ ਟੇਬਲ ਉੱਤੇ ਬੈਠੇ ਸੀ। ਜਾਂ ਔਨ ਦ ਸੋਫਾ, ਸੋਫੇ ਉੱਪਰ ਬੈਠੇ ਸੀ। ਤਾਂ ਆਪਣਾ ਆਨਸਰ ਕੀ ਹੈ? ਸੀ, ਐਟ ਦ ਸ਼ੂਮੇਕਰ ਟੇਬਲ, ਉਹ ਜੁੱਤੇ ਬਣਾਉਣ ਵਾਲੇ ਦੇ ਮੇਜ਼ ਉੱਪਰ ਬੈਠੇ ਸਨ। ਨੈਕਸਟ ਹੈ ਫੋਰਥ ਕੁਐਸਚਨ, ਦ ਪਲੂਰਲ ਆਫ ਕਲੋਥਸ। ਤਾਂ ਪਲੂਰਲ ਆਫ ਕਲੋਥਸ ਦਾ ਆਨਸਰ ਕੀ ਆਏਗਾ? ਪਹਿਲੀ ਆਪਸ਼ਨ ਦੇ ਵਿੱਚ ਕਲੋਥਸ ਲਿਖਿਆ ਹੈ ਬੇਟੇ, ਕਲੋਥਸ ਲਿਖਿਆ ਹੈ, ਬਟ ਇਸ ਦੀ ਜਿਹੜੀ ਸਪੈਲਿੰਗ ਹੈ ਉਹ ਗਲਤ ਹੈਗੀ। ਬੀ ਹੈਗਾ ਕਲੋਥਸ ਲਿਖਿਆ ਹੋਇਆ, ਇਹ ਈਐਸ ਨਾਲ ਜਿਹੜਾ ਇਸ ਦਾ ਕਲੋਥ ਦਾ ਪਲੂਰਲ ਬਣ ਗਿਆ, ਇਸ ਲਈ ਆਪਣੀ ਆਪਸ਼ਨ ਬੀ ਹੈ ਜਿਹੜੀ ਉਹ ਸਹੀ ਹੈ। ਹੈਗਾ ਫਿਫਥ ਕੁਐਸਚਨ,
दे सैट डाउन एट द shoemaker table। ਕਿਹੜੇ ਕਹਿੰਦੇ ਨੇ ਦੇ ਸੈਟ ਡਾਊਨ ਐਟ ਦ ਸ਼ੂਮੇਕਰ ਟੇਬਲ, ਉਹ ਜੁੱਤਾ ਬਣਾਉਣ ਵਾਲੇ ਦੇ ਮੇਜ਼ ਉੱਪਰ ਬੈਠ ਕੇ। ਤਾਂ ਹੁਣ ਇਸ ਦੇ ਵਿੱਚ ਕੀ ਪੁੱਛਿਆ ਗਿਆ, ਹੂ ਆਰ ਦੇ ਇਨ ਦ ਸੈਂਟੈਂਸ, ਵੀ ਜਿਹੜਾ ਸੈਂਟੈਂਸ ਦੇ ਵਿੱਚ ਦੇ ਯੂਜ਼ ਕੀਤਾ ਗਿਆ ਉਹ ਕੌਣ ਨੇ, ਕਿਹਨਾਂ ਲਈ ਆਪਾਂ ਦੇ ਯੂਜ਼ ਕੀਤਾ ਹੈਗਾ। ਹੁਣ ਇਹਦੇ ਵਿੱਚ ਆਪਣਾ ਕੀ ਹੈ, ਪਹਿਲਾ ਕੀ ਹੈ ਬੇਟੇ, ਐਲਵਸ, ਸ਼ੂਮੇਕਰ, ਸ਼ੂਮੇਕਰਸ ਵਾਈਫ ਜਾਂ ਨਨ ਆਫ ਥੀਸ। ਤਾਂ ਫਿਰ ਦੇ ਸੈਟ ਔਨ ਸ਼ੂਮੇਕਰ ਟੇਬਲ ਕੀ ਸੀਗਾ, ਸੈਟ ਔਨ ਐਟ ਦ ਸ਼ੂਮੇਕਰ ਟੇਬਲ, ਤਾਂ ਜਿਹੜੇ ਕੌਣ ਬੈਠੇ ਸਨ, ਐਲਵਸ। ਤਾਂ ਆਪਣੀ ਆਪਸ਼ਨ ਏ ਹੈ ਜਿਹੜੀ ਉਹ ਸਹੀ ਹੈ। ਨੈਕਸਟ ਹੈ ਪਾਰਟ ਬੀ। ਪਾਰਟ ਬੀ ਦੇ ਵਿੱਚ ਆਪਣੇ ਕੋਲ ਕੀ ਹੈ, ਰੀਡ ਦ ਐਂਡ ਦ ਆਨਸਰ ਫੋਲੋਇੰਗ ਕੁਐਸਚਨਸ। ਰੀਡ ਐਂਡ ਆਨਸਰ, ਰੀਡ ਕਰਨਾ ਤੇ ਆਨਸਰ ਦੇਣਾ। ਕੀ ਹੈ ਬੇਟੇ, ਇੱਕ ਸਿਟੀ ਬੈਂਕ ਹੈ, ਇੱਕ ਸਿਟੀ ਬੈਂਕ ਹੈ, ਉਸ ਦਾ ਕੀ ਟਾਈਮਿੰਗ ਕੀ ਹੈ, ਮੰਡੇ ਟੂ ਫਰਾਈਡੇ ਉਹ ਓਪਨ ਹੁੰਦੀ ਹੈ। ਟਾਈਮਿੰਗ ਕੀ ਹੈ, 9 AM to 5 PM, 9 AM to 5 PM, ਮੰਡੇ ਟੂ ਫਰਾਈਡੇ। ਅਤੇ ਸੈਟਰਡੇ ਲਈ ਕੀ ਟਾਈਮਿੰਗ ਹੈ, 9 AM to 1 PM। ਇਹ ਹੈਗੀ, ਤੁਸੀਂ ਧਿਆਨ ਦੇ ਵਿੱਚ ਇਹ ਜਿਹੜੀ ਆ ਰੀਡ ਕਰ ਲਈ ਹੈ, ਤੇ ਉਸ ਤੋਂ ਬਾਅਦ ਇਸ ਦੇ ਅਕੋਰਡਿੰਗ ਹੀ ਆਪਾਂ ਨੀਚੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। 6th ਕੁਐਸਚਨ ਹੈ, ਐਟ ਵਟ ਟਾਈਮ ਵਿਲ ਬੀ ਦਾ ਬੈਂਕ ਕਲੋਜ਼ ਔਨ ਫਰਾਈਡੇ। ਹੁਣ ਫਰਾਈਡੇ ਦੇ ਵਿੱਚ ਕੀ ਟਾਈਮ ਆ, ਹੁਣ ਦੇਖੋ ਮੰਡੇ ਟੂ ਫਰਾਈਡੇ ਇਹ ਵਾਲੀ ਟਾਈਮਿੰਗ ਹੈ। ਤਾਂ ਆਪਣਾ ਇਹ ਕੀ ਪੁੱਛਿਆ, ਕਲੋਜ਼ ਮੀਨਸ ਬੰਦ ਹੋਣਾ। ਬੈਂਕ ਬੰਦ ਵਜੇ ਕਿੰਨੀ ਹੁੰਦੀ ਹੈ, ਇਟ ਮੀਨਸ 9 AM ਤੇ ਓਪਨ ਹੁੰਦੀ ਹੈ ਤੇ 5 PM ਜਿਹੜੀ ਆ ਉਹ ਕਲੋਜ਼ ਹੁੰਦੀ ਹੈ। ਤਾਂ ਆਪਣੀ 5 PM ਤੇ ਆਪਾਂ ਆਨਸਰ ਲਗਾ ਦਾਂਗੇ। ਓਕੇ, ਨੈਕਸਟ ਕੁਐਸਚਨ 7th, on which day will be the bank close at 1 PM। ਸੈਟਰਡੇ ਨੂੰ 1 PM ਤੇ ਕਲੋਜ਼ ਹੁੰਦੀ ਹੈ, ਤਾਂ ਆਪਾਂ ਸੈਟਰਡੇ ਦੀ ਲਗਾ ਦਾਂਗੇ। ਨੈਕਸਟ ਹੈ, for how many days will be the bank close at 1 PM। how many days ਮਤਲਬ ਕਿੰਨੇ ਦਿਨ ਜਿਹੜੀ ਬੈਂਕ ਆ ਉਹ 1 ਵਜੇ ਜਾਂ 1 PM ਜਿਹੜੀ ਕਲੋਜ਼ ਹੁੰਦੀ ਆ। 1 PM ਕਿੰਨੇ, ਸਿਰਫ ਸੈਟਰਡੇ ਦੇ ਦਿਨ, ਸਿਰਫ ਸੈਟਰਡੇ ਵਾਲੇ ਦਿਨ ਹੀ ਬੰਦ ਹੁੰਦੀ ਹੈ, ਤੇ ਇਸ ਲਈ ਆਪਣਾ ਆਨਸਰ ਆ ਜਾਏਗਾ 1, ਸਿਰਫ ਇੱਕ ਦਿਨ ਲਈ। ਸੈਟਰਡੇ ਜਿਹੜੀ ਆ ਉਹ ਸਿਰਫ ਸੈਟਰਡੇ ਵਾਲੇ ਦਿਨ 1 PM ਕਲੋਜ਼ ਹੁੰਦੀ ਹੈ, ਇਸ ਲਈ ਆਪਾਂ ਆਨਸਰ ਆਪਣਾ ਆ ਗਿਆ A, ਯਾਨੀ ਕਿ 1। ਸੈਕਸ਼ਨ C ਦੇ ਵਿੱਚ ਕੀ ਆਪਣਾ, ਚੂਜ਼ ਦ ਕਰੈਕਟ ਆਪਸ਼ਨ। ਦ ਬੈਂਕ ਵਿਲ ਕਲੋਜ਼ ਡੈਸ਼ 5 PM। The bank will close dash 5 PM। ਤਾਂ ਹੁਣ ਜਦੋਂ ਵੀ ਬੇਟੇ ਆਪਾਂ ਨੂੰ ਕਿਸੇ ਚੀਜ਼ ਦਾ ਟਾਈਮਿੰਗ ਦਿੱਤਾ ਹੋਇਆ ਹੋਵੇ, ਮੰਨ ਲਓ 5 PM, 6 PM, 8 AM, ਤਾਂ ਉਸ ਦੇ ਅੱਗੇ ਆਪਾਂ ਹਮੇਸ਼ਾ ਹੀ ਐਟ ਲਗਾਵਾਂਗੇ। ਇਸ ਲਈ ਇੱਥੇ ਆਪਾਂ ਲਿਖ ਦਾਂਗੇ ਐਟ। The bank will close at 5 PM। ਨੈਕਸਟ ਹੈ 10th ਕੁਐਸਚਨ, ਚੂਜ਼ ਦ ਆਪੋਜ਼ਿਟ ਆਫ ਨੀਅਰ। ਨੀਅਰ ਕੀ ਹੁੰਦਾ ਬੇਟੇ, ਨੇੜੇ ਦਾ ਫਿਰ ਕੀ ਹੋਊਗਾ, ਦੂਰ ਦੀ ਆਪਸ਼ਨ ਹੈ ਫਾਰ। ਨੈਕਸਟ ਹੈ ਆਪਣੇ ਕੋਲ 11th ਕੁਐਸਚਨ, which of the following word is not there in the grid। ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਹੈ ਬੇਟੇ ਐਡਵਾਈਜ਼ਰ। ਤਾਂ ਸਭ ਤੋਂ ਪਹਿਲਾਂ ਆਪਾਂ ਗ੍ਰਿਡ ਦੇ ਵਿੱਚ ਐਡਵਾਈਜ਼ਰ ਦੇਖਾਂਗੇ। ਐਡਵਾਈਜ਼ਰ ਦੇਖਣ ਲਈ ਆਪਾਂ ਨੂੰ ਕਹਿੰਦਾ A ਤੋਂ ਸ਼ੁਰੂ ਹੋ ਰਿਹਾ, ਤਾਂ ਆਪਾਂ ਸਭ ਤੋਂ ਪਹਿਲਾਂ A ਲੈਟਰ ਲੱਭਾਂਗੇ। A ਲੈਟਰ A ਵਾਲਾ ਰਿਹਾ। ਹੁਣ ਇਸ ਵਾਲੇ ਲੈਟਰ ਤੋਂ ਦੇਖੋ ਐਡਵਾਈਜ਼ਰ ਵਰਡ ਹੈ ਜਿਹੜਾ ਉਹ ਕਿੱਧਰੇ ਵੀ ਬਣ ਰਿਹਾ ਜਾਂ ਨਹੀਂ ਬਣ ਰਿਹਾ, ਤਾਂ ਨਹੀਂ ਬਣ ਰਿਹਾ ਬੇਟੇ। ਤਾਂ ਉਸ ਤੋਂ ਨੈਕਸਟ A ਵਾਲੀ ਹੈ, ਇਸ ਤੋਂ ਵੀ ਕੋਈ ਐਡਵਾਈਜ਼ਰ ਜਿਹੜਾ ਹੈ ਉਹ ਨਹੀਂ ਬਣ ਰਿਹਾ। ਤਾਂ ਇਸ ਤੋਂ ਅੱਗੇ A ਲੈਟਰ A ਵਾਲਾ ਆ ਗਿਆ, ਇਸ ਤੋਂ ਵੀ ਜਿਹੜਾ ਐਡਵਾਈਜ਼ਰ ਹੈ ਉਹ ਨਹੀਂ ਬਣ ਰਿਹਾ ਬੇਟੇ। ਅਗਲਾ A ਲੈਟਰ A ਆ ਗਿਆ, ਇਸ ਤੋਂ ਵੀ ਜਿਹੜਾ ਐਡਵਾਈਜ਼ਰ ਨਹੀਂ ਬਣ ਰਿਹਾ। ਇਸ ਤੋਂ ਅੱਗੇ ਆਪਣੇ ਗ੍ਰਿਡ ਦੇ ਵਿੱਚ ਕੋਈ ਵੀ A ਜਿਹੜਾ ਲੈਟਰ ਹੈ ਉਹ ਨਹੀਂ ਹੈਗਾ। ਤਾਂ ਇਟ ਮੀਨ ਜਿਹੜਾ ਐਡਵਾਈਜ਼ਰ ਹੈ ਉਹ ਆਪਣੀ ਕਰੈਕਟ ਆਪਸ਼ਨ ਹੈ। ਮੰਨ ਲਓ ਇਹ ਇਹਦੇ ਵਿੱਚ ਗ੍ਰਿਡ ਦੇ ਵਿੱਚ ਨਹੀਂ ਹੈ। ਓਕੇ, ਤਾਂ ਨੈਕਸਟ ਆਪਾਂ ਨੂੰ ਲੱਭਣ ਦੀ ਜਿਹੜੀ ਲੋੜ ਵੀ ਨਹੀਂ ਹੈ। ਤਾਂ ਆਪਣੇ ਕਨਫਰਮ ਕਰਨ ਲਈ ਤੁਸੀਂ ਅਗਲੇ ਲੱਭ ਸਕਦੇ ਹੋ ਵਰਡ ਤਿੰਨੋਂ, ਜੈਬਲ, ਥਰੋਨ ਤੇ ਮਾਰਬਲ। ਉਹ ਗ੍ਰਿਡ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਜਿਹੜਾ ਐਡਵਾਈਜ਼ਰ ਆ ਉਹ ਨਹੀਂ ਮਿਲੇਗਾ। ਓਕੇ, ਨੈਕਸਟ ਹੈ ਚੂਜ਼ ਦ ਔਡ ਵਨ। ਚੂਜ਼ ਦ ਔਡ ਵਨ ਕੀ ਹੁੰਦਾ, ਅਲੱਗ ਨੂੰ ਪਹਿਚਾਣੋ। ਜਿਹੜਾ ਅਲੱਗ ਹੈ ਇਸ ਦੇ ਵਿੱਚੋਂ ਸ਼ਬਦ, ਉਸ ਨੂੰ ਆਪਣੇ ਪਹਿਚਾਨਣਾ ਹੈ। ਪਹਿਲਾ ਵਰਡ ਹੈ ਕ੍ਰਿਕਟ, ਦੂਸਰਾ ਹੈ ਬੈਡਮਿੰਟਨ,
तीसरा है कैप्टन, डी है फुटबॉल। तो हुण इहदे विच ए क्रिकेट एक गेम का नाम है, बैडमिंटन एक गेम का नाम है, तो कैप्टन कोई गेम का एक कैप्टन हुंदा है, तो फुटबॉल ये भी एक गेम है। तो जिहड़ियां तीन हन वो किसी गेम के नाम हन, गेम हन, ते पर एक सी ऑप्शन है जो वो इन्हां तिन्नां तो अलग है, जानी कि कैप्टन। तो इस दे विच आपां ऑड वन ते निशानी लगा दांगे। थर्ड है चूज द साइलेंट लैटर इन द वर्ड हाफ। हाफ दे विच बेटे की हुंदा है, एल वर्ड है जिहड़ा वो साइलेंट है, तो अपनी ऑप्शन ए है जिहड़ी वो सही है। नैक्सट है 14th क्वेश्चन है चूज द करैक्ट स्पैलिंग। करैक्ट स्पैलिंग किसते? एथलीट दे। एथलीट मिल्खा सिंह वाला लैसन जिहड़ा तुसीं पढ़िया है उस दे विच है मिल्खा सिंह इज़ अ फेमस एथलीट। तो आपां इस दे विच एथलीट के स्पैलिंग होणगे ATHLETE। तो अपनी बी ऑप्शन जो है वो सही है। नैक्सट है 15th क्वेश्चन है चूज द इनकरैक्ट स्टेटमेंट। इनकरैक्ट स्टेटमेंट दे विच की है बेटे? पहला है आई कुक टेस्टी फूड, बी ऑप्शन है ही कुक टेस्टी फूड, सी ऑप्शन है वी कुक टेस्टी फूड, डी ऑप्शन है यू कुक टेस्टी फूड। तो इस दे विच बेटा हैगी जिहड़ी बी ऑप्शन है अपनी यह इनकरैक्ट है, क्योंकि ही दे नाल कुक दे नाल एस लगेगा, कुक्स, ही कुक्स टेस्टी फूड। इस करके जिहड़ी ऑप्शन अपनी इनकरैक्ट है। तो आपां ऑप्शन बी जिहड़ी है वो टिक ला दांगे, तो यह आंसर अपना सही है, यानी कि यह ऑप्शन जिहड़ी है इनकरैक्ट है। नैक्सट है 16th चूज द इनकरैक्ट ऑप्शन फॉर नाउन। हुण नाउन का बेटे सब तुम पता है ना, नाउन किस नूं कहंदे हन? किसी भी प्लेस का ना, किसी भी परसन का ना होवे, ਜਾਂ ਕਿਸੇ ਵੀ ਥਿੰਗ ਜਾਨੀ ਕਿ ਚੀਜ਼ ਦਾ ਨਾਮ ਹੋਵੇ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਨਾउन। ਤਾਂ ਹੁਣ ਇਹਦੇ ਵਿੱਚ ਏ ਆਪਸ਼ਨ 'ਚ ਦੇਖੋ ਕਿਆ ਹੈ, ਸ਼ਾਪ। ਸ਼ਾਪ ਕਿਸੇ ਇੱਕ ਬਿਲਡਿੰਗ ਦਾ ਨਾਮ ਹੈ ਕਿਉਂਕਿ ਇੱਕ ਪਲੇਸ ਹੋਗੀ, ਤਾਂ ਇਹ ਆਪਣਾ ਇੱਕ ਨਾउन ਹੈ। ਨੈਕਸਟ ਹੈ ਬ੍ਰਿੰਗ। ਬ੍ਰਿੰਗ ਬੇਟੇ ਕੀ ਹੈ? ਬ੍ਰਿੰਗ ਇੱਕ ਵਰਬ ਹੈ। ਬ੍ਰਿੰਗ ਮੀਨਸ ਲਿਆਉਣਾ, है ना। ਬ੍ਰਿੰਗ ਇੱਕ ਵਰਬ है, इसलिए ਇਹ ਜਿਹੜੀ बी ऑप्शन है अपनी ये नाउन नहीं है, इसलिए आप इसके ऊपर टिक लगा देंगे। नैक्सट जो है लैदर। लैदर बेटे चमड़ा, कोई एक थिंग है, चीज़ है, इसलिए यह एक नाउन है। अगे डी ऑप्शन है अपनी क्लोथ्स। क्लोथ्स भी बेटे एक चीज़ है, थिंग है, कपड़े नूं आपां चीज़ हुंदी है, थिंग्स है, तो वह भी एक नाउन है। इसलिए जी बी ऑप्शन है ब्रिंग एक वर्ब है, इसनूं आपां नाउन की ऑप्शन दे विच इनकरैक्ट मन्नांगे। नैक्सट है 17th क्वेश्चन चूज द करैक्ट ऑप्शन फॉर ही। ही किहदे लई लगदा है? करैक्ट ऑप्शन ही किहदे लई वरतिया जांदा है? सिस्टर लई, फादर लई, सोनिया लई, एन ओल्ड लेडी लई। तो ही अपन सारिਆਂ ਨੂੰ पता है कि बेटे एक मैन लई लगदा है, आदमी लई वरतिया जांदा है। तो इस दे विच आदमी कौन है? फादर है। तो बी ऑप्शन अपनी सही है। नैक्सट अपने 18th क्वेश्चन चूज आर्टिकल इन द गिवन सेंटेंस। एक सेंटेंस दिता गया है, उस दे विच अपन आर्टिकल चूज करना है। तो आर्टिकल हुण की हुंदा बेटे? आर्टिकल तीन तरह के हुंदे आ, ए, एन अते द। ए, एन, द, ये तीनों ही आर्टिकल हैं। तो तुसीं सेंटेंस दे विच सिंपली इन्हां तिन्नां आर्टिकलां दे विचों चूज कर लेना है कि इन्हां तिन्नां दे विचों सेंटेंस दे विच आर्टिकल किहड़ा है। तो किहड़ा है? दिस इज़ नॉट एन ईजी एक्सरसाइज। तो ए, एन, द दे विचों बेटे की आ गया? एन जिहड़ा है अपने कोल आर्टिकल आ गया। तो अपनी सी ऑप्शन दे विच एन ते आपां टिक लगा देंगे कि जिहड़ा आर्टिकल है सेंटेंस दे विच दिता गया है। नैक्सट है 19th क्वेश्चन। 19th क्वेश्चन की है चूज द करैक्ट स्टेटमेंट। करैक्ट स्टेटमेंट देखनी है बेटे, जिहड़े वर्ड नूं पजल बना के एक दिता गया है, उल्ट दिता गया है, तो उन्होंने आपां सही करके लिखना। पहली है ए ऑप्शन आई गोल्ड कॉइन आई हैव। तो इसकी जिहड़ी स्टेटमेंट है वो सही नहीं है। बी ऑप्शन है आई हैव अ कॉइन गोल्ड, इसकी भी स्टेटमेंट जिहड़ी है वो गलत है। नैक्सट है सी आई हैव अ गोल्ड कॉइन, इसकी स्टेटमेंट जिहड़ी है करैक्ट है। आई हैव अ गोल्ड कॉइन, आई हैव अ गोल्ड कॉइन, मेरे कोल एक सोने का सिक्का है, इसलिए ऑप्शन सी ऑप्शन अपनी सही है। नैक्सट है क्वेश्चन नंबर 20 चूज द इनकरैक्ट ऑप्शन फॉर बटरफ्लाई। बटरफ्लाई हुंदी है बेटे तितली। तितली दे विच हुण इनकरैक्ट ऑप्शन मतलब जिहड़ी नीचे ऑप्शनां दे विचों तितली नाल मेल नहीं खांदी, आपां ने वो जिहड़ी है
ਲੱਭਣੀ ਹੈ। ਸਭ ਤੋਂ ਪਹਿਲਾਂ ਕੀ ਹੈ ਬੇਟੇ, ਸਮੌਲ। ਤਿਤਲੀ ਸਮੌਲ ਹੁੰਦੀ ਹੈ, ਬਿਲਕੁਲ ਓਕੇ। ਤਿਤਲੀ ਸਮੌਲ ਹੁੰਦੀ ਹੈ ਬੇਟੇ, ਛੋਟੀ ਹੁੰਦੀ ਹੈ ਨਾ, ਫੁੱਲਾਂ ਦੇ ਉੱਪਰ ਬੈਠਦੀ ਹੈ ਨਾ, ਫਲਾਈ ਕਰਦੀ ਹੈ, ਤਾਂ ਉਹ ਛੋਟੀ ਹੁੰਦੀ ਹੈ। ਇਹ ਆਪਸ਼ਨ ਇਹਦੀ ਸਹੀ ਹੈ, ਕਰੈਕਟ ਹੈ। ਬੀ ਆਪਸ਼ਨ ਕੀ ਹੈ, ਕਲਰਫੁਲ। ਕਲਰਫੁਲ ਤੁਸੀਂ ਪੰਜਾਬੀ ਦੇ ਵਿੱਚ ਵੀ ਲੈਸਨ ਪੜ੍ਹਿਆ ਹੋਣਾ, ਸਤਰੰਗੀ ਤਿਤਲੀ ਹੈ ਨਾ। ਸਤਰੰਗੀ ਤਿਤਲੀ ਮਤਲਬ ਉਸਦੇ ਰੰਗ ਬਹੁਤ ਜ਼ਿਆਦਾ ਹੁੰਦੇ ਨੇ, ਕਲਰਫੁਲ ਹੁੰਦੇ ਨੇ ਨਾ, ਅਲੱਗ-ਅਲੱਗ ਤਰ੍ਹਾਂ ਦੇ ਰੰਗ ਹੁੰਦੇ ਨੇ। ਇਸ ਲਈ ਬੀ ਆਪਸ਼ਨ ਵੀ ਜਿਹੜੀ ਬਟਰਫਲਾਈ ਲਈ ਕਰੈਕਟ ਹੈ। ਨੈਕਸਟ ਹੈ ਟੇਸਟੀ। ਟੇਸਟੀ ਹੁੰਦਾ ਬੇਟੇ ਸਵਾਦ, ਹੈ ਨਾ, ਖਾਣ ਵਿੱਚ ਸਵਾਦ। ਤਾਂ ਤਿਤਲੀ ਦਾ ਸਵਾਦ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ, ਹੈ ਨਾ, ਕੋਈ ਲਿੰਕ ਨਹੀਂ ਹੈਗਾ। ਤਾਂ ਇਸ ਕਰਕੇ ਆਪਣੀ ਸੀ ਆਪਸ਼ਨ ਜੋ ਹੈ ਉਹ ਇਨਕਰੈਕਟ ਹੈ ਬਟਰਫਲਾਈ ਦੇ ਰਿਗਾਰਡਿੰਗ। ਓਕੇ, ਨੈਕਸਟ ਹੈ ਆਪਣੇ ਕੋਲ ਸੈਕਸ਼ਨ ਡੀ। ਸੈਕਸ਼ਨ ਡੀ ਹੈ ਆਨਸਰ ਦਾ ਫੋਲੋਇੰਗ ਕੁਐਸਚਨਸ। ਪਹਿਲਾ ਕੁਐਸਚਨ ਹੈ ਹੂ ਲਾਈਕਡ ਦ ਟਾਲ ਬਿਲਡਿੰਗਸ। ਟੂ ਫਰੌਗਸ ਦੇ ਵਿੱਚੋਂ ਆ ਗਿਆ ਹੈ ਨਾ। ਹੂ ਲਾਈਕਡ ਦ ਟਾਲ ਬਿਲਡਿੰਗ, ਆਨਸਰ ਹੈ ਪਾਲਾ ਲਾਈਕਡ ਦ ਟਾਲ ਬਿਲਡਿੰਗਸ। ਨੈਕਸਟ ਹੈ ਸੈਕੰਡ ਕੁਐਸਚਨ ਵਿਚ ਵਾਜ਼ ਨਾਟ ਐਨ ਆਰਡੀਨਰੀ ਈਅਰ। ਤਾਂ ਆਪਣਾ ਅ ਗਲਿੰਪਸ ਫਰੋਮ ਹਿਸਟਰੀ ਵਾਲੇ ਲੈਸਨ ਦੇ ਵਿੱਚੋਂ ਹੈ ਦ ਈਅਰ 1857 ਵਾਜ਼ ਨਾਟ ਐਨ ਆਰਡੀਨਰੀ ਈਅਰ। ਓਕੇ, ਜਿਹੜਾ 1857 ਈਅਰ ਸੀ ਉਹ ਆਰਡੀਨਰੀ ਈਅਰ ਨਹੀਂ ਸੀ। ਓਕੇ, ਨੈਕਸਟ ਹੈ ਹਾਊ ਓਲਡ ਵਾਜ਼ ਸੋਨੀਆ। ਸੋਨੀਆ ਕਿੰਨੇ ਸਾਲ ਦੀ ਸੀ? ਸੋਨੀਆ ਵਾਜ਼ 6 years old। ਸੋਨੀਆ 6 ਸਾਲ ਦੀ ਸੀ। ਵਾਜ਼ ਦ ਸ਼ੂਮੇਕਰ, ਨੈਕਸਟ ਕੁਐਸਚਨ ਹੈ ਵਾਜ਼ ਦ ਸ਼ੂਮੇਕਰ ਰਿਚ ਔਰ ਪੂਅਰ। ਜਿਹੜਾ ਸ਼ੂਮੇਕਰ ਸੀ ਉਹ ਅਮੀਰ ਸੀ ਜਾਂ ਗਰੀਬ? ਆਨਸਰ ਕੀ ਹੈ, ਦ ਸ਼ੂਮੇਕਰ ਵਾਜ਼ ਵੈਰੀ ਪੂਅਰ। ਸ਼ੂਮੇਕਰ ਬਹੁਤ ਗਰੀਬ ਸੀ। ਨੈਕਸਟ ਹੈ ਹੂ ਇਜ਼ ਮਿਲਖਾ ਸਿੰਘ। ਹੁਣ ਦ ਫਲਾਇੰਗ ਸਿੱਖ ਮਿਲਖਾ ਸਿੰਘ ਵਾਲੇ ਵਿੱਚ ਲੈਸਨ ਦੇ ਵਿੱਚੋਂ ਇਹ ਬੇਟੇ ਕੁਐਸਚਨ ਆਇਆ ਆਪਣੇ ਕੋਲ। 5th ਕੁਐਸਚਨ, ਹੂ ਇਜ਼ ਮਿਲਖਾ ਸਿੰਘ। ਮਿਲਖਾ ਸਿੰਘ ਕੌਣ ਸੀ? ਤਾਂ ਕੀ ਆਨਸਰ ਹੈ, ਮਿਲਖਾ ਸਿੰਘ ਇਜ਼ ਅ ਫੇਮਸ ਐਥਲੀਟ। ਮਿਲਖਾ ਸਿੰਘ ਇੱਕ ਮਸ਼ਹੂਰ ਦੌੜਾਕ ਹੈ। ਮਿਲਖਾ ਸਿੰਘ ਇਜ਼ ਅ ਫੇਮਸ ਐਥਲੀਟ। ਇਜ਼ ਮੀਨਸ ਉਹ ਹੈ ਬੇਟੇ, ਬਾਜ਼ ਨਹੀਂ ਹੋਣਾ, ਇਜ਼ ਮਤਲਬ ਉਹ ਹੈਗੇ ਨੇ, ਠੀਕ ਹੈ। ਮਿਲਖਾ ਸਿੰਘ ਇਜ਼ ਅ ਫੇਮਸ ਐਥਲੀਟ, ਉਹ ਮਸ਼ਹੂਰ ਦੌੜਾਕ ਹਨ। ਤੇ ਅੱਗੇ ਕੀ ਹੈ, ਹੀ ਇਜ਼ ਆਲਸੋ, ਹੀ ਇਜ਼, ਇੱਥੇ ਬੇਟੇ ਹੀ ਤੋਂ ਬਾਅਦ ਇਜ਼ ਲਾਉਣਾ, ਇਜ਼। ਹੀ ਇਜ਼ ਆਲਸੋ ਨੋਨ ਐਜ਼ ਦ ਫਲਾਇੰਗ ਸਿੱਖ। ਉਹ ਇੱਕ ਉੱਡਣੇ ਸਿੱਖ ਦੇ ਤੌਰ ਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ। ਨੈਕਸਟ ਹੈ 6th ਕੁਐਸਚਨ ਵੈਨ ਵਾਜ਼ ਬੀਰਬਲ ਬੋਰਨ। ਰਾਜਾ ਬੀਰਬਲ ਵਾਲੇ ਲੈਸਨ ਦੇ ਵਿੱਚੋਂ ਆ ਗਿਆ। ਤਾਂ ਬੀਰਬਲ ਵਾਜ਼ ਬੋਰਨ ਇਨ 1528। 1528 ਦੇ ਵਿੱਚ ਬੀਰਬਲ ਦਾ ਜਨਮ ਹੋਇਆ। ਬੋਰਨ ਮਤਲਬ ਜਨਮ ਕਦੋਂ ਹੋਇਆ। ਨੈਕਸਟ ਹੈ ਆਪਣੇ ਕੋਲ 22, ਕੁਐਸਚਨ ਨੰਬਰ 22, ਰਾਈਟ ਦ ਨੇਮ ਆਫ ਫੂਡ ਆਈਟਮਸ। ਫੂਡ ਆਈਟਮ ਜਿਹੜੀਆਂ ਕਿ ਆਪਾਂ ਈਟ ਕਰਦੇ ਹਾਂ, ਜਾਨੀ ਕਿ ਖਾਂਦੇ ਹਾਂ। ਤਾਂ ਪਹਿਲੀ ਆਈਟਮ ਹੈ ਆਪਣੇ ਕੋਲ ਰਾਈਸ ਖਾਂਦੇ ਹਾਂ। ਸੈਕਿੰਡ ਆਪਸ਼ਨ ਹੈ ਬ੍ਰੈਡ। ਥਰਡ ਹੈ ਕਰਡ ਜਾਨੀ ਕਿ ਦਹੀਂ। ਫੋਰਥ ਹੈ ਸੈਂਡਵਿਚ ਵੀ ਖਾਂਦੇ ਹਾਂ। ਫੋਰਥ ਹੈ ਚਪਾਤੀ। ਫਿਫਥ ਹੈ ਚਪਾਤੀ। ਤਾਂ ਜਿਹੜੀਆਂ ਇਹ 5 ਆਈਟਮਸ ਨੇ ਇਹ ਫੂਡ ਆਈਟਮਸ ਨੇ। ਨੈਕਸਟ ਹੈ ਕੁਐਸਚਨ ਨੰਬਰ 23 ਦੇ ਵਿੱਚ ਕੀ ਹੈ, ਰਾਈਟ ਐਨੀ 2 sentences ਫਾਰ ਦ ਗਿਵਨ ਪਿਕਚਰ। ਇੱਕ ਪਿਕਚਰ ਦਿੱਤੀ ਗਈ ਹੈ ਆਪਣੇ ਕੋਲ ਤੇ ਇਸ ਪਿਕਚਰ ਨੂੰ ਦੇਖ ਕੇ ਆਪਾਂ ਨੇ 2 ਜਿਹੜੀਆਂ ਲਾਈਨਾਂ ਨੇ ਉਹ ਲਿਖਣੀਆਂ ਹਨ, ਯਾਨੀ ਕਿ 2 sentences ਲਿਖਣੇ ਹਨ। ਤਾਂ ਪਹਿਲੀ ਲਾਈਨ ਕੀ ਲਿਖਾਂਗੇ ਆਪਾਂ, देयर आर many people in the picture। ਪਿਕਚਰ ਦੇ ਵਿੱਚ ਬਹੁਤ ਸਾਰੇ ਲੋਕ ਹਨ। देयर is a ice cream shop। ਪਿਕਚਰ ਦੇ ਵਿੱਚ ਇੱਕ ਆਈਸਕ੍ਰੀਮ ਦੀ ਸ਼ਾਪ ਵੀ ਹੈ, ਠੀਕ ਹੈ। ਸ਼ਾਪ ਜਾਂ ਫਿਰ ਸਟਾਲ ਕਹਿ ਸਕਦੇ ਹੋ ਬੇਟੇ, ਹੈ ਨਾ, ਇੱਕ ਲੱਗੀ ਹੋਈ ਹੈ। ਨੈਕਸਟ ਹੈ ਫਿਲ ਇਨ ਦ ਬਲੈਂਕਸ ਵਿਦ ਵਰਡਸ ਫਰੋਮ ਦ ਹੈਲਪ ਬਾਕਸ। ਮਾਈ ਫੇਵਰਿਟ ਗੇਮ ਜੋ ਹੈ ਇਸ ਦਾ ਇੱਕ ਐਸੇ ਆ, ਉਸਦੇ ਵਿੱਚ ਇਹ ਸਾਰੇ ਵਰਡ ਦਿੱਤੇ ਗਏ ਹਨ ਤੇ ਆਪਾਂ ਨੇ ਇਹ ਫਿਲ ਕਰਨੇ ਹਨ। ਪਹਿਲੀ ਲਾਈਨ ਹੈ ਆਈ ਐਮ ਵੈਰੀ ਗੁੱਡ ਐਟ ਗੇਮਸ। ਸੈਕਿੰਡ ਹੈ ਫੁੱਟਬਾਲ ਇਜ਼ ਮਾਈ ਡੈਸ਼ ਗੇਮ, ਮਤਲਬ ਫੇਵਰਿਟ ਗੇਮ। ਥਰਡ ਹੈ ਆਈ ਪਲੇ ਫੁੱਟਬਾਲ ਵਿਦ ਮਾਈ, ਮੈਂ ਫੁੱਟਬਾਲ ਖੇਡਦਾ ਹਾਂ ਕਿਸ ਨਾਲ, ਵਿਦ ਮਾਈ ਫਰੈਂਡਸ, ਤਾਂ ਫਰੈਂਡਸ ਲਿਖ ਦਿਆਂਗੇ। ਫੋਰਥ ਹੈ ਵੀ ਆਰ ਡੈਸ਼ ਟੀਮ ਮੈਂਬਰਸ। ਫੁੱਟਬਾਲ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਹਨ, 11। ਤਾਂ 11 ਮੈਂਬਰ ਜਿਹੜੇ ਪਲੇਅਰ ਹੁੰਦੇ ਨੇ ਤਾਂ ਲਿਖਾਂਗੇ ਆਪਾਂ 11 ਟੀਮ ਮੈਂਬਰਸ। ਫਿਫਥ ਹੈ ਆਈ ਐਮ ਦ ਡੈਸ਼ ਆਫ ਮਾਈ ਟੀਮ, ਮੈਂ ਆਪਣੀ ਟੀਮ ਦਾ ਕੈਪਟਨ ਹਾਂ ਜਾਂ ਕਪਤਾਨ ਹਾਂ। ਓਕੇ, ਇਹ ਸੀ ਆਪਣਾ ਇੰਗਲਿਸ਼ ਦੀ ਪ੍ਰੈਕਟਿਸ ਸ਼ੀਟ ਨੰਬਰ 1। ਇਸ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਤੇ ਆਪਣੇ ਪੇਪਰ ਦੀ ਤਿਆਰੀ ਕਰਨੀ।
ਓਕੇ ਬੇਟਾ, ਹੈਵ ਅ ਨਾਈਸ ਡੇ, ਗੁੱਡ ਬਾਏ।